ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਿਸਰ ਦੇਸ਼ ਦੀ ਰਾਜਧਾਨੀ ਕਾਹਿਰਾ ਦੇ ਵਿੱਚ ਪਹੁੰਚੇ। ਉਹਨਾਂ ਦਿਨਾਂ ਦੇ ਵਿੱਚ ਉੱਥੇ ਸਮਰਾਟ ਹਮੀਦ ਦਾ ਰਾਜ ਸੀ, ਜਿਸ ਦਾ ਮੁੱਖ ਕੰਮ ਸੀ ਲੋਕਾਂ ਦਾ ਸ਼ੋਸ਼ਣ ਕਰਕੇ ਪੈਸਾ ਇਕੱਠਾ ਕਰਨਾ। ਵਾਸਤਵ ਵਿੱਚ ਰਾਸ਼ਟਰੀ ਕਮਾਈ ਦੇ ਵਿੱਚੋਂ ਲੋਕਾਂ ਦੀ ਭਲਾਈ ਅਤੇ ਨਾਗਰਿਕ ਸੁੱਖ ਸਹੂਲਤਾਂ ਲਈ ਸਮਰਾਟ ਹਮੀਦ ਕੁਝ ਵੀ ਖਰਚ ਨਹੀਂ ਕਰਦਾ ਸੀ। ਲੋਕਾਂ ਦਾ ਸਧਾਰਨ ਜੀਵਨ ਵੀ ਦੁੱਖਾਂ ਦੇ ਨਾਲ ਭਰਿਆ ਹੋਇਆ ਸੀ। ਇਸ ਲਈ ਜਨਤਾ ਨੇ ਸਮਰਾਟ ਨੂੰ ਕੰਜੂਸ ਬਾਦਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ ਸੀ। ਕੰਜੂਸ ਨੂੰ ਮਿਸਰੀ ਭਾਸ਼ਾ ਦੇ ਵਿੱਚ ਕਾਰੂ ਕਹਿੰਦੇ ਹਨ। ਇਸ ਲਈ ਬਾਦਸ਼ਾਹ ਦਾ ਨਾਮ ਹਮੀਦ ਕਾਰੂ ਪੈ ਗਿਆ ਸੀ। ਪਰ ਉਹ ਦਰਵੇਸ਼ਾਂ ਫਕੀਰਾਂ ਦਾ ਸਨਮਾਨ ਕਰਦਾ ਸੀ। ਗੁਰੂ ਜੀ ਜਦੋਂ ਉਸ ਨਗਰ ਦੇ ਵਿੱਚ ਪਹੁੰਚੇ ਤਾਂ ਸਰਕਾਰੀ ਅਧਿਕਾਰੀਆਂ ਨੇ ਆਪਣੇ ਦੇਸ਼ ਵਾਸੀਆਂ ਦੀ ਪੀੜ ਕਹਿ ਸੁਣਾਈ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਕਿਸੇ ਤਰ੍ਹਾਂ ਬਾਦਸ਼ਾਹ ਦੇ ਪੈਸੇ ਦੇ ਲੋਭ ਮੋਹ ਦੇ ਵੱਲੋਂ ਮੁਕਤੀ ਦਿਲਾਉਣ, ਤਾਂ ਕਿ ਪ੍ਰਸ਼ਾਸਨ ਦੇ ਵੱਲੋਂ ਜਨਤਾ ਦੀ ਭਲਾਈ ਦੇ ਕੰਮਾਂ ਦੇ ਵਿੱਚ ਪੈਸਾ ਖਰਚ ਕੀਤਾ ਜਾ ਸਕੇ। ਪੀੜਤ ਲੋਕਾਂ ਦੀਆਂ ਕਠਿਨਾਈਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਗੁਰੂ ਜੀ ਨੇ ਅਧਿਕਾਰੀਆਂ ਨੂੰ ਯਕੀਨ ਦਿੱਤਾ ਕਿ ਉਹ ਕਿਸੇ ਵਿਸ਼ੇਸ਼ ਦਲੀਲ ਦੇ ਵੱਲੋਂ ਜਨਤਾ ਦੀ ਸੇਵਾ ਲਈ ਬਾਦਸ਼ਾਹ ਨੂੰ ਪ੍ਰੇਰਣਾ ਦੇਣਗੇ। ਜਨਤਾ ਅਤੇ ਅਧਿਕਾਰੀਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਗੁਰੂ ਜੀ ਬਾਦਸ਼ਾਹ ਦੇ ਰਾਜ ਮਹਿਲ ਤੱਕ ਪਹੁੰਚ ਗਏ ਅਤੇ ਉੱਥੇ ਪਹੁੰਚ ਕੇ ਗੁਰੂ ਜੀ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਕੀਰਤਨ ਦੀ ਮਧੁਰ ਆਵਾਜ਼ ਸੁਣ ਕੇ ਬਾਦਸ਼ਾਹ ਅਤੇ ਬੇਗਮ ਦਾਸੀਆਂ ਸਹਿਤ ਗੁਰੂ ਜੀ ਦੇ ਸਾਹਮਣੇ ਮੌਜੂਦ ਹੋਏ ਅਤੇ ਉਹਨਾਂ ਨੇ ਗੁਰੂ ਜੀ ਦੇ ਪ੍ਰਵਚਨ ਸੁਣੇ। ਗੁਰੂ ਜੀ ਨੇ ਕਿਹਾ ਕਿ ਇਹ ਸੰਸਾਰ ਸਭ ਝੂਠ ਹੈ, ਕਿਉਂਕਿ ਤਬਦੀਲੀ ਕੁਦਰਤ ਦਾ ਨਿਯਮ ਹੈ। ਇੱਥੇ ਕੋਈ ਸਥਿਰ ਨਹੀਂ ਹੈ, ਸਾਰਿਆਂ ਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ। ਇਸ ਲਈ ਸੰਸਾਰ ਰੂਪੀ ਸਰਾਏ ਵੱਲੋਂ ਵਿਦਾ ਹੋਣ ਲਈ ਹਰ ਪਲ ਤਿਆਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਕੋਲ ਸ਼ੁਭ ਗੁਣਾਂ ਦਾ ਭੰਡਾਰ ਇਕੱਠਾ ਕਰਨਾ ਚਾਹੀਦਾ ਹੈ, ਜੋ ਕਿ ਪਰਲੋਕ ਵਿੱਚ ਕੰਮ ਆ ਸਕੇ। ਇਸ ਬਚਨ ਨੂੰ ਸੁਣ ਕੇ ਬਾਦਸ਼ਾਹ ਹਮੀਦ ਨੇ ਵਿਚਾਰ ਕੀਤੀ ਕਿ ਇਹ ਫਕੀਰ ਦੀ ਗੱਲ ਦੇ ਵਿੱਚ ਸੱਚਾਈ ਹੈ। ਉਹ ਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਕੇ ਕਹਿਣ ਲੱਗਾ, ਇਹ ਫਕੀਰ ਸਾਈਂ, ਤੁਸੀਂ ਮੈਨੂੰ ਕੋਈ ਸੇਵਾ ਦਾ ਮੌਕਾ ਦਿਓ। ਇਸ ਉੱਤੇ ਗੁਰੂ ਜੀ ਨੇ ਉਹਨਾਂ ਨੂੰ ਇੱਕ ਸੂਈ ਦਿੱਤੀ ਅਤੇ ਕਿਹਾ, ਤੁਸੀਂ ਇਸ ਨੂੰ ਸਾਡੀ ਅਮਾਨਤ ਜਾਣ ਕੇ ਰੱਖ ਲਓ, ਅਸੀਂ ਇਸ ਨੂੰ ਅਗਲੇ ਜਨਮ ਦੇ ਵਿੱਚ ਆ ਕੇ ਲਵਾਂਗੇ। ਬਾਦਸ਼ਾਹ ਨੇ ਬਿਨਾਂ ਵਿਚਾਰ ਕੀਤੇ ਉਹ ਸੂਈ ਰੱਖ ਲਈ ਅਤੇ ਆਪਣੀ ਬੇਗਮ ਨੂੰ ਕਿਹਾ, ਇਹ ਸੂਈ ਸੰਭਾਲ ਲਵੋ, ਇਹ ਸੂਈ ਨਾਨਕ ਸ਼ਾਹ ਫਕੀਰ ਦੀ ਅਮਾਨਤ ਹੈ। ਨਾਨਕ ਸ਼ਾਹ ਫਕੀਰ ਜੀ ਇਸ ਨੂੰ ਸਾਡੇ ਕੋਲੋਂ ਅਗਲੇ ਜਹਾਨ ਦੇ ਵਿੱਚ ਵਾਪਸ ਲੈਣਗੇ। ਇਹ ਸੁਣ ਕੇ ਸੂਝਵਾਨ ਬੇਗਮ ਬੋਲੀ, ਤੁਸੀਂ ਵੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ? ਅਗਲੇ ਜਹਾਨ ਦੇ ਵਿੱਚ ਤਾਂ ਇਹ ਸਰੀਰ ਵੀ ਨਹੀਂ ਜਾਂਦਾ, ਇਹ ਸੂਈ ਕਿਸ ਤਰ੍ਹਾਂ ਨਾਲ ਜਾਵੇਗੀ? ਇਹ ਦਲੀਲ ਨੂੰ ਸੁਣ ਕੇ ਬਾਦਸ਼ਾਹ ਤੁਰੰਤ ਵਾਪਸ ਆਇਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ, ਤੁਸੀਂ ਇਹ ਸੂਈ ਵਾਪਸ ਲੈ ਲਵੋ, ਮੈਂ ਇਸ ਨੂੰ ਨਾਲ ਨਹੀਂ ਲੈ ਕੇ ਜਾ ਸਕਦਾ, ਕਿਉਂਕਿ ਮੇਰਾ ਸਰੀਰ ਤਾਂ ਇੱਥੇ ਹੀ ਛੁੱਟ ਜਾਵੇਗਾ। ਬਾਦਸ਼ਾਹ ਦਾ ਇਹ ਜਵਾਬ ਸੁਣ ਕੇ ਗੁਰੂ ਜੀ ਬੋਲੇ, ਜਦੋਂ ਇਸ ਛੋਟੀ ਜਿਹੀ ਸੂਈ ਨੂੰ ਤੂੰ ਨਾਲ ਨਹੀਂ ਲੈ ਕੇ ਜਾ ਸਕਦਾ ਹੈ, ਇਹਨਾਂ ਪੈਸਿਆਂ ਦਾ ਭੰਡਾਰ ਜੋ ਤੂੰ ਜਮ੍ਹਾਂ ਕੀਤਾ ਹੈ ਉਸ ਨੂੰ ਨਾਲ ਕਿਵੇਂ ਲੈ ਕੇ ਜਾਵੇਂਗਾ? ਇਹ ਗੱਲ ਸੁਣ ਕੇ ਉਹ ਗੁਰੂ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਤੇ ਮਾਫੀ ਦੀ ਬੇਨਤੀ ਕਰਨ ਲੱਗਾ। ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੰਦੇ ਹੋਏ ਕਿਹਾ, ਨੇਕ ਬਾਦਸ਼ਾਹ ਉਹੀ ਹੈ ਜੋ ਆਪਣੀ ਪ੍ਰਜਾ ਦੀ ਭਲਾਈ ਦੇ ਲਈ ਪੈਸਾ ਖਰਚ ਕਰੇ। ਇਸ ਤਰ੍ਹਾਂ ਦੇ ਨੇਕ ਕਾਰਜ ਹੀ ਤੁਹਾਡੇ ਸ਼ੁਭ ਗੁਣ ਬਣ ਕੇ ਤੁਹਾਡੇ ਨਾਲ ਜਾਣਗੇ, ਜੋ ਕਿ ਪ੍ਰਜਾ ਦੀਆਂ ਦੁਆਵਾਂ ਬਣ ਕੇ ਦਰਗਾਹ ਦੇ ਵਿੱਚ ਤੁਹਾਡੀ ਮਦਦ ਲਈ ਸਹਾਇਤਾ ਕਰਨਗੇ। ਬਾਦਸ਼ਾਹ ਨੇ ਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਕਰਦੇ ਹੋਏ ਸਾਰੇ ਖਜ਼ਾਨੇ
ਪ੍ਰਜਾ ਦੇ ਵਿਕਾਸ ਦੇ ਲਈ ਕੰਮਾਂ ਦੇ ਉੱਤੇ ਖਰਚ ਕਰਨੇ ਦੇ ਆਦੇਸ਼ ਦੇ ਦਿੱਤੇ।